बिस्मिल्लाहिर्रहमानिर्रहीम। अस्सलाम वालेकुम नाज़रीन, मैं हूं आपका मेज़बान वसी शाह और आप देख रहे हैं सियासी थिएटर। आपको किराएदारों और मालिक मकान की तरफ लिए चलते हैं। मालिक मकान कट्टर नून लीग से ताल्लुक़ रखते हैं, किराएदारों का ताल्लुक़ है PTI से। जैसी गवर्नेंस हो रही है, जिस किस्म के स्कैंडल्स आ रहे हैं, जिस किस्म के वीडियोज़ आ रहे हैं, जिस किस्म की महंगाई है, टैक्स के जो मामलात हैं, देखते हैं इस पर PTI वाले किराएदार क्या सोच रहे हैं और मालिक मकान क्या सोच रहा है जिसका ताल्लुक़ है नून लीग से। शाह जी, मालिक मकान नून लीग वाले ने की कहना। इस मुल्क का बच्चा बच्चा कह रहा कि एक करी मिड टर्म इलेक्शन कराओ, जे इमरान खान की जमानत जब्त ना हो जाए तो मैं राजपूतां दा बाल ही नहीं। और मैनू राणा ही ना कहना। और राणा तू अपनी जमानत करा, राणा ना दे बंदे फड़ी जा रहे असी। जिन्हें PTI नू वोट दिता ओदियां आखिरी सावां चलन दियां। ए आखिरी सावां भी 20 साल कट जानियां। जो ਤੁਹਾਡਾ ਕੋ ਬੁਰਾ ਹਾਲ ਹੋਣਾ ਨਾ ਤੁਹਾਨੂੰ ਲੱਗ ਪਤਾ ਜਾਣਾ। ਛੱਡੋ ਪਰੇ ਰਾਣਾ ਸਾਹਿਬ, ਇਹ ਲੋ ਤੁਸੀਂ ਠੰਡੀ ਕੁਲਫੀ ਖਾਓ। नहीं मैं नहीं खांदा एडी महंगी कुल्फी। और खाला राणा कुल्फी, इस तो बाद तू पुलिस दे छितर ही खाने कुल्फी खाला। तुसी ते एक साइकिल चोर नू छितर नहीं मार सकदे। क्यों? ओ जेड़े मारन डे ने सानू पता। PTI दे नां ते कौन छितर मारन दिया है? पुੱਤ ਸਾਰਿਆਂ ਨੂੰ ਪਤਾ ਕੌਣ ਮਾਰਨ ਦਿਆ, ਤੂੰ ਦੱਸ ਕੇ ਜ਼ਰੂਰ ਖਾਣੇ ਨੇ। ਰਾਣਾ ਸਨਾਉਲਾ ਕੋਲੋਂ ਜਿੰਨਾ ਪਾਊਡਰ ਫੜਿਆ ਗਿਆ ਇਹਨੇ ਸਾਰਾ ਪੀ ਲਿਆ। ਇਹ ਤੇ ਸੈਂਪਲ ਫੜਿਆ, ਗਦਾਮ ਤੇ ਹਜੇ ਛਾਪਾ ਮਾਰਨਾ। ਲੋ ਕਰਨ ਲਗਾ ਨੇ ਆਪਣੀ ਰਾਏ ਦਾ ਇਜ਼ਹਾਰ। ਜਿਹੜਾ ਨਹੀਂ ਪੀਂਦਾ ਉਹਦੇ ਉੱਤੇ 15 ਕਿਲੋ ਪਾਂਡੇ ਨੇ। ਹਾਂਜੀ ਪਾਊਡਰ ਜਿਹੜਾ ਪੀਂਦਾ ਉਹਦੇ ਤੇ ਪਾਈਆ ਪਾਊਡਰ ਵੀ ਨਹੀਂ ਪਾਂਡਾ। ਉਹ ਕਿਉਂ ਪੁੱਤ? ਉਹਨਾਂ ਨੂੰ ਪਤਾ ਨਾ ਕਿ ਮੈਂ ਪੀ ਜਾਣਾ। ਮੇਰੇ ਆ ਵੀਰਾ, ਤੂੰ ਚੁੱਪ ਕਿਉਂ ਨਹੀਂ ਕਰਦਾ? ਚੁੱਪ। ਸੋਚਣ ਤੇ ਪਾਬੰਦੀ ਏ, ਬੋਲਣ ਤੇ ਵੀ ਪਾਬੰਦੀ ਏ। ਨਸ਼ਈ ਵਿਚਾਰਾ ਪਿਛਲੇ ਐਪੀਸੋਡ ਵਿੱਚ ਚੰਗਾ ਭਲਾ ਸੀ, ਆ ਮਹਿੰਗਾਈ ਦੀ ਵਜ੍ਹਾ ਤੋਂ ਕਿੰਨਾ ਮਾੜਾ ਹੋ ਗਿਆ। पानी बंद कर दो, AC बंद कर दो, सिगरेट बंद कर दो, मोटर बंद कर दो, मैं कहना कि लाइटां बंद कर दो। हाय की कह रहे हो? बच बैठे हुए ने। PTI दा बाबा नेरे च भी वेख लेंदा। मैं कहना राणा साहब बकवास बंद कर दो। खलो जा PTI दे ढेठिया। मैं कहना कि दरवाजे भी बंद कर दो। ਲੱਗਦਾ ਸ਼ਬਰਜ਼ਾਦੀ ਨੇ FBI ਦੇ ਨਾਲ ਮਿਲ ਕੇ ਛਾਪਾ ਮਾਰ ਦਿੱਤਾ ਜੀ। ਹਾਏ ਕੀ ਕਰਦੇ ਪਏ ਹੋ? ਦਰਵਾਜ਼ਾ ਬੰਦ ਵੀ ਕਰ ਦਿੱਤਾ ਔਰ ਰਾਣਾ ਤੈਨੂੰ ਬਨੇਰੇ ਤੋਂ ਖਿੱਚ ਲੇਗਾ। ਓਏ ਰਾਣਾ ਸਾਹਿਬ, ਇਹ ਕਿਰਾਏਦਾਰ ਵਾਲੇ ਬੱਤੀਆਂ ਬੰਦ ਕਰਵਾਉਣ ਦੇ ਨੇ। ਉਹ ਤੁਹਾਡਾ ਬੇੜਾ ਗਰਕ ਜਾ, ਅਸੀਂ ਬੱਤੀ ਪੈਦਾ ਕਰ ਮਰ ਗਏ ਔਰ ਤੁਸੀਂ ਬੰਦ ਕਰਾਉਣ ਹੋ। ਉਹ ਮੋਟਰ ਵੀ ਬੰਦ ਕਰਾਉਣ ਦੇ ਨੇ। ਇਹ ਬਗੈਰ ਨਹਾਉਣ ਤੋਂ ਮਰਨਾ ਚਾਹੁੰਦੇ ਨੇ। ਉਹ ਕਦ ਗਈ ਫ੍ਰਿਜ ਵੀ ਬੰਦ ਕਰਾਉਣ ਦੇ ਨੇ। ਉਹ ਬੁੱਸਿਆ ਸਾਲਣ ਖਾਣਾ ਜੇ। ਇਹ ਖਾਣਾ ਖਰਾਬ ਪਤਾ ਨਹੀਂ ਕਿਉਂ ਇੰਜ ਕਰਨ ਦੇ ਨੇ। ਆਵਾਮ ਨੇ ਹਮਲਾ ਤੇ ਨਹੀਂ ਕਰਤਾ ਇਹਨਾਂ ਤੇ। ਉਹ ਭਲਕੇ ਆਵਾਮ ਨੇ ਹਮਲਾ ਕੀ ਕਰਨਾ? ਉਹ ਤੇ ਇhtਜਾਜ ਜੋਗੇ ਨਹੀਂ ਰਹੇ। ਉਹ ਡੀ ਚੌਕ ਦਾ ਕਿਰਾਇਆ ਨਹੀਂ ਵਿਚਾਰਿਆਂ ਕੋਲ। अब मैं क्या दफा करो परे राणा साहब। हेलो मैं तेरे लिए गंदला ना साग बनाया, तुसी रोटी खाओ। मैनू रोटी का ना पूछा कर। मेरे लीडर ते घर दी रोटी बंद हो गई। वो पता नहीं बेचारा ਕਿਹੜੇ ਜੁੱਤੀ ਚੋਰ ਦੇ ਨਾਲ ਬਹਿ ਕੇ ਰੋਟੀ ਖਾਣ ਡਿਆ ਹੋਣਾ। ਤੇ ਜੇਲ੍ਹ ਗਿਆ ਨਾ, ਜੇਲ੍ਹ ਦੇ ਖਾਣੇ ਖਾਵੇ। ਘਰ ਦੇ ਮੁਰਗ ਮੁਸਲਮ ਤੇ ਦੇਸੀ ਘਿਓ ਦੇ ਪਰੌਠੇ ਛੱਡੇ। ਜੇਲ੍ਹ ਗਿਆ, ਮੁੰਡੇ ਦੀ ਮੰਗਣੀ ਕਰਨ ਨਹੀਂ ਗਿਆ। ਕੀ ਚਾਹਨਾ? ਆਜਾ ਤੂੰ, ਆਜਾ ਕੀ ਚਾਹਨਾ? ਰਾਣਾ ਛੱਡ ਦੇ ਮੈਨੂੰ, ਅੱਜ ਛੱਡ ਦੇ। ਅੱਬਾ ਜੀ ਕਿਉਂ? ਹਾਏ ਅੱਬਾ ਜੀ ਨਾ ਲੜੋ। ਕਿਉਂ ਨਾ ਲੜਾ? ਉਹ ਮੈਂ ਤਾਂ ਅੰਗਰੇਜ਼ਾਂ ਨਾਲ ਲੜ ਪਿਆ ਸੀ। ਰਾਣਾ ਕਿਸ ਬਾਤ ਦੀ ਮੂਲੀ? ਹਾਏ ਅੱਬਾ ਜੀ, ਅੰਗਰੇਜ਼ਾਂ ਨੇ ਇੰਨੀ ਮਹਿੰਗਾਈ ਨਹੀਂ ਸੀ ਕੀਤੀ ਜਿੰਨੀ ਸਾਡੇ ਲੀਡਰ ਨੇ ਕਰ ਦਿੱਤੀ ਹੈ। ਹੌਲੀ ਬੋਲੋ, ਮੈਂ ਸੁਣਨ ਡਿਆ। मैं भी ਤੇ ਸੁਣ ਲਓ, ਜੋ ਕਰਨਾ ਕਰ ਲਓ ਤੁਸੀਂ ਵੀ। ਬਸ ਅੱਬਾ ਜੀ, ਮੈਂ ਅੰਗਰੇਜ਼ਾਂ ਕੋ ਨਹੀਂ ਸੀ ਡਰਿਆ। ਓਏ ਅੰਗਰੇਜ਼ ਸਮਝਦਾਰ ਸੀ। ਰਾਣਾ ਕੂੜੇ
ਐ ਵੇਖੋ ਨਾ ਉੱਤੋਂ ਥੱਲੇ ਜੁੱਤੀ ਮਾਰਤੀ ਹੈ ਭਾਵੇਂ 3 ਮਹੀਨੇ ਨੰਗੇ ਪੈਰੀ ਫਿਰਦਾ ਰਹੇ। ਇਹਦੇ ਉੱਤੇ ਵੀ ਟੈਕਸ ਲੱਗੇਗਾ ਅੱਬਾ ਜੀ। ਉਹ ਬੜੀ ਘਟੀਆ ਹਕੂਮਤ ਹੈ ਬਈ, ਪੁਰਾਣੀਆਂ ਜੁੱਤੀਆਂ ਦੇ ਵੀ ਟੈਕਸ ਲਾਉਣ ਡਈ ਹੈ। ਮੇਰਿਆ ਵੀਰਾ ਤੂੰ ਚੁੱਪ ਕਿਉਂ ਨਹੀਂ ਕਰਦਾ? ਕਿਉਂ ਨਹੀਂ ਕਰਦਾ ਚੁੱਪ? ਸੋਚਣ ਤੇ ਪਾਬੰਦੀ ਹੈ, ਬੋਲਣ ਤੇ ਪਾਬੰਦੀ ਹੈ। ਅੱਜ ਮੈਂ ਰਾਣੇ ਨਾਲ ਨਿਬੜ ਕੇ ਹੀ ਆਉਣਾ। ਅੱਬਾ ਜੀ ਉਹ ਛੱਡ ਦੇ, ਮੇਰੀ ਬੰਦੂਕ ਲਿਆ ਕੇ ਤੰਦਰੋਂ। ਅੱਬਾ ਜੀ ਮੇਰੀ ਗੱਲ ਸੁਣੋ। ਅਸੀਂ ਹਲੀ ਲੜਾਈ ਅਫੋਰਡ ਨਹੀਂ ਕਰ ਸਕਦੇ। ਉਹ ਕਿਉਂ? ਸਾਡੀ ਤਨਖਾਹ 15 ਨੂੰ ਹੀ ਖਤਮ ਹੋ ਗਈ ਸੀ। ਹੁਣ ਤੇ ਸਾਡੇ ਕੋਲ ਪੱਟੀ ਕਰਾਉਣ ਜੋਗੇ ਵੀ ਪੈਸੇ ਨਹੀਂ, ਯਕਮ ਤੋਂ ਬਾਅਦ ਲੜ ਲੈਣਾ। ਹਾਂ ਤੁਸੀਂ ਇਹਨਾਂ ਨਾਲ ਲੜਨਾ ਯਕਮ ਨੂੰ, ਤਾਂ ਕਿ ਤੁਹਾਡੇ ਜ਼ਖਮ ਜਲਦੀ ਠੀਕ ਹੋ ਸਕੇ। ਜਦੋਂ ਦੀ ਗਵਰਨਮੈਂਟ ਆਈ ਹੈ ਤਨਖਾਹ ਤੁਹਾਡੀ 12 ਤਰੀਕ ਨੂੰ ਮੁੱਕ ਜਾਂਦੀ ਏ ਤੇ ਪਲਾਨਿੰਗ ਇੰਜ ਕਰਨ ਡਏ ਹੋ ਜਿਵੇਂ ਅਫਗਾਨਿਸਤਾਨ ਤੇ ਹਮਲਾ ਕਰਨ ਲੱਗੇ ਹੋ। ਓਏ ਆ ਤੂੰ 4 ਦਿਨ ਠਹਿਰ ਜਾ। ਸਾਡਾ ਲੀਡਰ ਇਮਰਾਨ ਖਾਨ ਪੂਰੀ ਦੁਨੀਆ ਤੇ ਹੁਕੂਮਤ ਕਰ ਲੇਗਾ। ਸਾਰਿਆਂ ਨੇ ਨੌਕਰੀਆਂ ਲੱਭਣ ਆਉਣਾ ਇੱਥੇ। ਨਹੀਂ ਗੱਲ ਤੇ ਸੱਚੀ, ਬੰਦੇ ਤੁਹਾਡੇ ਬਾਹਰੋਂ ਹੀ ਆਉਣ ਡਏ ਆ। ਇੱਕ ਰਜ਼ਾ ਬਾਕਰ ਬਾਹਰੋਂ ਆਇਆ, ਇੱਕ ਆ ਜਿਹੜਾ ਜ਼ੁਲਫੀ ਬੁਖਾਰੀ ਇਹ ਵੀ ਬਾਹਰੋਂ ਆ ਕੇ ਨੌਕਰੀ ਕਰਨ ਡਿਆ। ਅੱਬਾ ਹਾਂ ਰਾਣਾ ਗੱਲ ਤੇ ਠੀਕ ਕਰ ਰਿਹਾ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਘੰਟਾ ਪਹਿਲੇ ਤੁਸੀਂ ਗਏ ਸੀ ਤੇ ਖਾਲੀ ਹੱਥ ਆ ਗਏ ਹੋ, ਕਿੱਥੇ ਸੀ ਤੁਸੀਂ? ਐ ਮੇਰੀ ਗਾਫਲ ਬੀਵੀ, ਹਾਂਜੀ 1 ਘੰਟੇ ਤੋਂ ਮੈਂ ਡਿਊਟੀ 'ਚ ਡਿੱਗੀ। ਉਹ ਜਿਹੜੀ ਤੜਮ ਦੀ ਆਵਾਜ਼ ਆਈ ਸੀ, ਐ ਤੇਰਾ ਨਾਚੀਜ਼ ਖਾਵਤ ਹੀ ਡਿੱਗਿਆ ਸੀ। ਹਾਏ ਮੈਂ ਮਰ ਗਈ। ਮੈਂ ਸਮਝਿਆ ਅੱਬਾ ਜੀ ਗਵਾਂਡੀਆਂ ਦਾ ਖੋਤਾ ਬਿਮਾਰ ਹੈ ਹੋ ਰਿਹਾ, ਉਹ ਡਿਉੜੀ 'ਚ ਡਿੱਗਿਆ ਹੈ। ਰਾਣਾ ਸਾਹਿਬ ਆਪਣੇ ਬੰਦੇ ਨੂੰ ਕਹਿ ਰਹੀ ਹੈ ਖੋਤਾ। ਤੇ 6 ਮਹੀਨੇ ਹੋਰ ਲੰਘ ਲੈਣ ਤੇ ਬਾਂਦਰ ਵੀ ਕਵੇਂ ਕਰੇਗੀ। ਵੇ ਕਿੰਨੇ ਬੰਦੇ ਇਹਨਾਂ ਦੇ ਅੰਦਰ ਚਲ ਗਏ ਨੇ, ਪਰ ਨੂਨ ਲੀਗੀਆਂ ਦੀ ਸ਼ੋਅ ਹੀ ਨਹੀਂ ਮੁੱਕਣ ਡਈ। ਇੱਕ ਡਿਉੜੀ 'ਚ ਜਲਸਾ ਕਰਕੇ ਕਹਿੰਦੇ ਨੇ ਬਹੁਤ ਹਜੂਮ ਥਾ। ਉਹ ਸਰਵੇ ਵੀ ਕਰਾ ਲਿਆ ਕਰੋ, ਫਿਰਦੌਸ ਆਸ਼ਿਕਵਾਨ ਦੀਆਂ ਗੱਲਾਂ ਤੇ ਯਕੀਨ ਕਰੀ ਜਾਂਦੇ ਹੋ। ਹਾਏ ਅੱਲਾ, 1.5 ਘੰਟਾ ਤੁਸੀਂ ਡਿਉੜੀ 'ਚ ਡਿੱਗੇ ਰਹੇ ਹੋ। ਉਹ ਮੀਟਰ ਨਾਲ ਵੇਖ ਕੇ ਤੇ ਬੜੇ ਬੜੇ ਭਲਵਾਨ ਡਿੱਗ ਜਾਂਦੇ। ਇਧਰੋਂ ਯੂਨਿਟ ਡਿੱਗਿਆ ਹੋਣਾ, ਉਧਰੋਂ ਆ ਤੇਰਾ ਭਲਵਾਨ ਡਿੱਗ ਪਿਆ ਹੋਣਾ। ਰਾਣਾ ਸਾਹਿਬ ਇਹ ਬਕਵਾਸ ਤੁਸੀਂ ਦਰੁਸਤ ਕੀਤੀ ਹੈ। ਇਹ ਮੈਂ ਬਿਜਲੀ ਦਾ ਬਿੱਲ ਚੁੱਕਿਆ ਔਰ ਉਸਕੇ ਬਾਅਦ चिरागों में रोशनी ना रही। बिल बहुता वेख के शायराना तबीयत हो गई है। अब बकवास ना कर राणा, बिल वेख के अगे मैनू चक्कर आन डे ने। मैं सिर्फ तेनू ये पूछना चाहना, तू बच्चे नूं ट्यूशन पढ़ानी है? आहो। किन्ने पैसे इकट्ठे होंदे ने? 12,000। अब्बा जी ਇਹ ਤੁਸੀਂ ਇਸ਼ਾਰੇ ਤੇ ਢਿੱਡ ਵਿਖਾ ਕੇ ਮੰਗਦੇ ਹੋ, ਕਿੰਨੇ ਪੈਸੇ ਇਕੱਠੇ ਕਰਦੇ ਹੋ? 7000 ਰੁਪਇਆ ਤੇ ਮੇਰੀ ਪੈਨਸ਼ਨ ਆਉਂਦੀ ਹੈ ਅੰਗਰੇਜ਼ ਦੇ ਦੌਰ ਦੀ। 7 ਤੇ 12 19। ਉਹ ਤੂੰ ਜਿਹੜੇ ਗਟਰਾਂ ਦੇ ਢੱਕਣ ਚੁੱਕ ਕੇ ਪੈਸੇ ਕਮਾਨਾ, ਉਹ ਕਿੰਨੇ ਕੁ ਹੁੰਦੇ ਨੇ? ਇਹ ਸੂਟੇ ਲਾ ਕੇ ਤੇ 5000 ਬਚ ਜਾਂਦਾ ਹੈ। 5 ਤੇ 19 24,000 ਤੇ 26000 ਮੇਰੀ ਤਨਖਾਹ। 50000 ਹੋ ਗਿਆ। ਔਰ ਸਾਰਾ ਟੱਬਰ ਅਸੀਂ ਮਿਲ ਕੇ ਕਮਾਨੇ ਆ 50000। ਹਾਂ। ਤੇ ਇਹ ਬਿਜਲੀ ਦਾ ਬਿੱਲ ਆਇਆ ਜੇ 70000 ਦਾ। ਉਹ ਬੇਜ਼ਮੀਰੋ ਹੁਣ ਵੀ ਬਿੱਲ ਸਾੜੋ। ਔਰ ਨੂਨ ਲੀਗਲ ਕਰੋ ਸਿਵਲ ਨਾਫਰਮਾਨੀ ਹੁਣ ਵੀ। ਓਏ ਅਸੀਂ ਤੇ 70000 ਕਿਸ਼ਤਾਂ ਕਰਾ ਕੇ ਤਾਰ ਦਾਂਗੇ। ਜਿਹੜਾ ਤੈਨੂੰ 90 ਆਇਆ ਉਹ ਕਿਵੇਂ ਤਾਰੇਗਾ? ਹੁਣ ਤੇ ਤੂੰ ਕੁੰਡੇ ਵੀ ਨਹੀਂ ਪਾ ਸਕਦਾ। ਇਮਰਾਨ ਖਾਨ ਦੀ ਹਕੂਮਤ ਹੈ। ਔਰ ਰਾਣਾ ਅਸੀਂ ਤੇ ਇਮਰਾਨ ਖਾਨ ਸਾਹਿਬ ਦੀ ਮੁਹੱਬਤ ਚ ਬਿੱਲ ਔਖੇ ਸੌਖੇ ਹੋ ਕੇ ਦੇ ਹੀ ਦਿਆਂਗੇ। ਉਹ ਕੁੰਡਾ ਤੇ ਬੜੀ ਦੂਰ ਦੀ ਗੱਲ ਹੈ। ਹੁਣ ਤੇ ਤੂੰ ਆਪਣੇ ਘਰ ਦੀ ਕੁੰਡੀ ਨਹੀਂ ਲਾ ਸਕਦਾ। ਖਬਰੇ ਕਿਹੜੇ ਵੇਲੇ ਤੇਰੇ ਘਰ ਛਾਪਾ ਪੈ ਜੇ। ਉਹ ਕਿਹਦੀ ਜ਼ਰੂਰਤ ਹੈ? ਉਹ ਜਿਹੜਾ ਰਾਣੇ ਨੂੰ ਗ੍ਰਿਫਤਾਰ ਕਰੇ। ਓਏ ਅੱਜ ਛੱਡ ਮੈਨੂੰ ਉੱਤੇ ਖਿੱਚਣ ਦੇ। ਹੱਥ ਪਹਿਲੇ ਨਾ ਉਹ ਬਚ ਗਿਆ। ਫੜ ਕੇ ਗਿਆ। ਹਾਏ ਅੱਲਾ, ਉਹ ਮੇਰਾ ਖਾਵਨ ਨੂੰ ਚੁੱਕ ਕੇ ਲੈ ਗਿਆ ਰਾਣਾ। ਬੇੜਾ ਬਹਿ ਗਿਆ। ਜਿਹੜਾ 26000 ਕਮਾਉਂਦਾ ਸੀ ਉਹ ਚੁੱਕਿਆ ਗਿਆ ਜੇ। स्टे विद अस, कहीं नहीं जाइएगा। छोटे से वक्त के बाद वापस आते हैं, नए सेगमेंट के साथ आएंगे। आप देख रहे हैं सियासी थिएटर। वेलकम बैक नाज़रीन, प्रोग्राम में दोबारा हाजिर खिदमत है। जी मां शाजी, बारी है हमारे बहुत ही इंटरेस्टिंग सेगमेंट छुपे रुस्तम की, जिसमें हमारी ऑडियंस सियासी थिएटर में अपने फन का मुजाहरा करेगी। लेकिन उससे पहले महंगाई से तड़पती आवाम का मुजाहरा देख ले।
ਇਹ ਆਵਾਮ ਤੜਫਣ ਡਈ ਕਿ ਡੈਣ ਪਾਗਲ ਹੋਈ? ਤਾਹਿਰ ਸਾਹਿਬ ਤੁਸੀਂ ਡੈਣਾ ਦੀ ਗੱਲ ਕਰ ਰਹੇ ਹੋ। ਇੱਥੇ ਤੇ ਜਿਸ ਬੰਦੇ ਨੂੰ ਜਿੰਨ ਚੰਬੜੇਗਾ ਉਸ ਬੰਦੇ ਤੇ ਵੀ ਟੈਕਸ ਲੱਗੇਗਾ ਤੇ ਜਿੰਨ ਨੂੰ ਵੀ ਟੈਕਸ ਦੇਣਾ ਪਏਗਾ। ਬਈ ਤੂੰ ਐਡੀ ਗਰਮੀ 'ਚ ਚੰਬੜਿਆ ਕਿਉਂ? ਇੱਥੇ ਜਿਹੜਾ ਬੰਦਾ ਰਾਤ ਨੂੰ ਸੁੱਤਾ ਪਿਆ ਬਹੁਤੇ ਪਾਸੇ ਲਏਗਾ ਨਾ, ਉਹਨੂੰ ਵੀ ਸਵੇਰੇ ਟੈਕਸ ਦੇਣਾ ਪੈਣਾ ਜੇ। अगर टैक्स नहीं देगा तो वही पासे पन देते जाने। और शब्बरज़ादी आप छोटी ही थोड़ी ना पन्नेगा, क्यों नहीं देते टैक्स? ਹੁਣ ਤੇ ਜਿਹੜੇ ਬੰਦੇ ਨੂੰ ਤੀਸਰੀ ਦਫਾ ਹਾਰਟ ਅਟੈਕ ਆਏਗਾ ਨਾ, ਉਹਦੇ ਤੇ ਵੀ ਟੈਕਸ ਲੱਗ ਜਾਏਗਾ ਕਿ ਬਈ ਹਰ ਬੰਦਾ ਦੂਸਰੇ ਅਟੈਕ ਤੇ ਮਰ ਜਾਂਦਾ ਹੈ, ਤੂੰ ਕਿਉਂ ਨਹੀਂ ਮਰਿਆ? बल्कि उस डॉक्टर ते भी टैक्स लगेगा भी आ बंदा चंगा भला तेरे को है, बच के किवें गया? जी मेरा नाम अक्सर यासिन। ਇਹੋ ਜੀ ਕੁੜੀ ਬੜੀ ਕਪੱਤੀ ਹੁੰਦੀ ਜੇ, ਗਾਣੇ ਦਾ ਕਹਿ ਕੇ ਤੇ ਗਾਲਾਂ ਕੱਢਣ ਲੱਗ ਪੈਂਦੀ ਹੁੰਦੀ, ਵੇ ਤੂੰ ਵੇ ਤੇ ਤੇਰੇ ਅਗਲੇ ਪਿੱਛੇ। जी अक्सा। ऐ दिल ठहर जा, जीने की कोई तू वजह ढूंढ ले। ਸਹੀ ਗੱਲ। तू प्यार कर, इजहार कर, है प्यार ही गम की ऐसे दवा। गाएगी तो ना वो इजहार करेगा ना प्यार करेगा। ਇਹ ਦੇਖ ਲੈ 10 ਰੁਪਏ ਦੇ ਕੇ ਗੱਲ ਮੇਰੀ ਭੈਣ ਜਾ ਕੇ ਰੋਟੀ ਛੋਟੀ ਖਾ। ए दिल ठहर रुक जा जरा, जीने की कोई वजह ढूंढ ले। तू प्यार कर, इजहार कर, जीने की कोई वजह ढूंढ ले। ए दिल ठहर। जी मेरा नाम मोहम्मद आसिफ है। ਮਾਸ਼ਾਅੱਲਾ, ਇਸ ਭਰਾ ਨੇ ਕੱਲ ਅਜੇ ਮੰਡੀ ਬਹਾਉਦੀਨ ਪੁਲਿਸ ਤੋਂ ਛੋਟੇ ਖਾਦੇ। मेरा नाम मोहम्मद आसिफ है, मैं पीटीआई ਨੂੰ ਵੋਟ ਦਿੱਤਾ, ਕੱਲ ਮੇਰਾ ਮੀਟਰ ਲਾ ਕੇ ਲੈ ਗਏ। नहीं, वैसे किसको वोट दिया था आपने? पीटीआई को इमरान खान को। ਤੇ ਖੁੱਲ ਕੇ ਦੱਸੋ ਸ਼ਰਮਿੰਦੇ ਕਿਉਂ ਹੁੰਦੇ? नहीं, अब खुश हैं आप? वैसे मुतमईन है? नहीं, मुतमिन तो नहीं है। मुतमईन नहीं है? नहीं। ओए होए। नहीं तो वोट तो आपने जब दिया होगा तो उम्मीदें तो होगी। बहुत ज्यादा कितना पूरी हुई? बहुत ज्यादा उम्मीदें थी लेकिन कोई भी अभी तक नहीं पूरी हुई। ओए होए, मायूसी है। बहुत ज्यादा कारोबार बिल्कुल खत्म हो गया। ਇਹਨਾਂ ਤੇ ਰਿਸ਼ਤੇਦਾਰਾਂ ਨੂੰ 5-7 ਲੱਖ ਰੁਪਏ ਬਣਤਾ ਸੀ, ਹਕੂਮਤ ਅੱਛੀ ਆ ਰਹੀ ਹੈ। ਹੁਣ ਉਹਨਾਂ ਦੇ ਪਿੱਛੇ ਫਿਰ ਦੇ ਦਿਓ ਯਾਰ, ਮੇਰੇ ਵੀ ਚਲੇ ਗਏ ਨੇ ਯਾਰ। एक प्यार का नगमा है, मौजों की रवानी है, ये वोट डालने के बाद आलू है। और कुछ भी नहीं, तेरी मेरी ਬੰਦਾ ਭਾਜੀ ਤੁਹਾਨੂੰ ਪਾ ਲੰਮਿਆ ਲਵੇ। ਭਾਜੀ ਨੂੰ ਤੇ ਲੱਗਦਾ ਵੋਟ ਪਾਉਣ ਤੋਂ ਬਾਅਦ ਨਾਲ ਡ੍ਰਿਪ ਵੀ ਲੱਗੀ ਹੈ। ਇੱਕ ਪਿਆਰ ਡਾਕਟਰ ਸਾਹਿਬ ਬੀਪੀ ਵੱਧ ਤੇ ਨਹੀਂ ਗਿਆ? ਮੌਜੋਂ ਕੀ ਰਵਾਨੀ। ਇਮਰਾਨ ਖਾਨ, ਮੈਂ ਤੈਨੂੰ ਕਿਉਂ ਵੋਟ ਪਾਇਆ? मेरा नाम शुमाइला आमिर। और मैं 12 कुलचे खाती। आई डोंट लाइक इट किडनी। आई डोंट लाइक कुलचा, खमीरी रोटी। घर का फुल्का, हल्का फुल्का। ਅਜੇ ਫੁਲਕੇ ਨਾਲ ਇਹ ਹਾਲ ਹੈ ਜਿੱਤੇ ਨਾਨ ਖਾ ਲਿਆ ਕੀ ਹੋਇਆ? मेरा 3rd ईयर में बेटा पढ़ता है, 3rd ईयर में। अच्छा, माशाल्लाह। हाँ जी। और बाजी तो मिसाल बनी लै भी उस कुड़ी ने तो फुलके उड़ाते ने। माशाल्लाह। ये आप बता रही हैं कि धमकी दे रही है? लाइट ना ले आप। जी शुमाला को भाई, अब शुमाला साहब को कुछ ना कहे, आप सुनाइए। जी हुणे बाजी शौक ने गाना सुनाएगी, कुटांगे सारी रात सोने आवे, कुटांगे सारी रात सोने आवे। मजाक ना उड़ाना मुझे। नहीं, कोई मजाक नहीं हो रहा है। मैं सुनिया सी लोग बेवफा हुंदे ने, मैं तेनू कदे लोकां विच गिनिया नहीं, कोशिश करांगी। देखो भीड़ो
जी मेरा नाम रिमशा शहजाद। ਅੱਛਾ ਜੀ, ਇਹੋ ਜੀ ਬਿੱਲੀ ਭੁੱਖੀ ਮਰ ਜਾਂਦੀ, ਸੋਫੇ ਥੱਲੇ ਨਹੀਂ ਨਿਕਲਦੀ। ਤੇ 3 ਦਿਨ ਬਾਅਦ ਪਤਾ ਲੱਗਦਾ ਬਿੱਲੇ ਨਾਲ ਬਹਿ ਕੇ ਫਿਲਮ ਵੇਖਣ ਡਈ। ਔਰ ਸ਼ਮਾਲੀ ਕੋਰੀਆ 'ਚ ਇਹੋ ਜਿਹੀਆਂ ਕੁੜੀਆਂ ਨੇ ਟਰੰਪ ਨੂੰ ਤੜੀਆਂ ਲਾਈਆਂ, ਤੇਰੀਆਂ ਲੱਤਾਂ ਭੰਨੀਆਂ ਹੀ ਸਿੰਗੂ ਫੁੰਗੂ ਸ਼ੰਗਾ ਚਿੱਟਾ ਬਾਂਦਰ। एंडी बच्ची ने पूछा ना बेटा पापा किधर है, कहती उनको गर्मी लग रही थी मैंने डीप फ्रीजर में बंद कर दिया। जी हमें तुमसे प्यार कितना ये हम नहीं जानते, मगर जी नहीं सकते तुम्हारे बिना। ਬੇਟਾ ਤੈਨੂੰ ਇਸ ਗੱਲ ਦਾ ਵੀ ਟੈਕਸ ਲੱਗ ਜਾਣਾ ਵੀ ਪਿਆਰ ਦਾ ਪਤਾ ਨਹੀਂ ਤੇ ਕੀਤਾ ਕਿਉਂ। ਨਹੀਂ ਜਿਹਨਾਂ ਨੂੰ ਪਤਾ ਉਹ ਕਿਹੜੇ ਚੌਂਸੇ ਚੁੱਪਣ ਦਾ। मेरा नाम शबीर जमील है जी। ਮੈਂ ਖਲੋਤੇ ਊਂਟ ਦੀ ਖਲ ਲਾ ਲੈਣਾ। ਮੇਰਾ ਨਾਮ ਸ਼ਬੀਰ ਜਮੀਲ ਹੈ। ਨਾਮ ਮੇਰੇ ਭਰਾ ਦਾ ਟੀਚਰਾਂ ਵਾਲਾ ਹੈ। ਮਹੱਲੇ ਜਾਈਏ ਤੇ ਇਹੋ ਜਿਹੇ ਬੰਦੇ ਜੂਆ ਕਰਾਉਂਦਾ ਹੁੰਦੇ ਨੇ। ਇਹੋ ਜਿਹੇ ਬੰਦੇ ਨੇ ਸਹੁਰੇ ਵੀ ਜਾਣਾ ਹੋਵੇ ਤੇ ਆਪਣੇ ਟਰੈਕਟਰ ਤੇ ਜਾ ਰਿਹਾ ਪੜ 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 ਪੜ। ਬੜਾ ਕੋ ਖੌਡਾ ਜਿਹਾ ਟਰੈਕਟਰ ਲੈ ਗਏ ਫੜ ਫੜ ਫੜ। ਅਚਾਨਕ ਬੱਸ 'ਚ ਡਾਕੂ ਚਾੜਨ ਨਾ, ਸਭ ਤੋਂ ਪਹਿਲੇ ਇਹੋ ਜਿਹਾ ਬੰਦਾ ਆਪ ਪੈਸੇ ਦਿੰਦਾ ਹੁੰਦਾ। ਸਵਾਰੀਆਂ ਪੁੱਛਣ ਕਿ ਭਾ ਤੂੰ ਤੇ ਤਗੜਾ ਬੰਦਾ ਸੀ, ਤੂੰ ਸਭ ਤੋਂ ਪਹਿਲੇ ਪੈਸੇ ਕਿਉਂ ਦਿੱਤੇ? ਉਹ ਤੁਹਾਨੂੰ ਨਹੀਂ ਪਤਾ, ਇਹ ਸਭ ਤੋਂ ਪਹਿਲੇ ਤਗੜੇ ਨੂੰ ਚਪੇੜਾ ਮਾਰਦੇ ਨੇ। ਇਸੇ ਤਰ੍ਹਾਂ ਪੈਸੇ ਚੰਗੇ ਨੇ। ਮੈਂ ਕਿਹਾ ਲੈ ਯਾਰ। जी शफीर साहब, मंजिलें अपनी जगह हैं, रास्ते अपनी जगह हैं। जब कदम ही साथ ना दे तो मुसाफिर क्या करे। नाज़रीन स्टे विद अस, स्टे विद अस, कहीं नहीं जाइएगा। छोटे से वक्फे के बाद वापस आते हैं। आप देख रहे हैं सियासी थिएटर। मंजिलें अपनी जो पड़ 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 पड़, रास्ते पड़ 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 पड़। वेलकम बैक नाज़रीन, प्रोग्राम में दोबारा हाजिर खिदमत है। जी माहम। शाहजी, बारी है हमारे बहुत ही इंटरेस्टिंग सेगमेंट दास्तान गो की, जिसमें हम मुख्तलिफ हिकायतें डिस्कस करते हैं और स्पेशली मौलाना रूम की और शेख सादी की हिकायतें डिस्कस करते हैं। ਵਾਹ ਸ਼ਾਹ ਜੀ, ਇਹ ਕੀ ਪਵਾ ਦਿੱਤਾ ਜੇ। ਲੈ ਚੰਗਾ ਭਲਾ ਤੂੰ ਕਲਗੀ ਵਾਲਾ ਤਿੱਤਰ ਲੱਗਣ ਡਿਆ ਹੈ। ਕਹਿੰਦਾ ਇਹ ਕੀ ਪਵਾਤਾ ਜੀ। ਸਰਦਾਰ ਸਾਹਿਬ ਤੁਸੀਂ ਵੀ ਕਰਪਟ ਜਿਹਾ ਬਹਿਰੇ ਲੱਗਣ ਡਿਆ। ਕਰੈਪਟ ਵੀ ਉਹ ਜਿਹੜਾ ਪੁੰਦਾ ਹੈ ਨਾ ਹਾਂਡੀ ਦੇ ਵਿੱਚੋਂ ਬੋਟੀਆਂ ਖਾ ਜਾਂਦਾ ਵੇ। ਜਿਹੜਾ ਤੇਰੀਆਂ ਬੋਟੀਆਂ ਖਾਵੇ, ਤੂੰ ਤੇ ਉਸ ਬੰਦੇ ਦੇ ਖੜੇ ਖਲੋਤੇ ਦੀਆਂ ਬੋਟੀਆਂ ਖਾ ਜੇ। ਸਰਦਾਰ ਸਾਹਿਬ ਲਿਬਾਸ ਤੁਸੀਂ ਸੂਫੀਆਂ ਵਾਲਾ ਪਾਇਆ, ਗੱਲਾਂ ਤੁਸੀਂ ਇਬਲੀਸ ਵਾਲੀਆਂ ਕਰਨ ਡਿਆ। ਆ ਵੇਖੋ ਜ਼ਰਾ ਪਾਟੇ ਪਕਾਨੇ ਵਰਗਾ ਮੂੰਹ ਬਣਾ ਲਿਆ ਵੇ। ਉਤੋਂ ਟੋਪੀ ਐਡੀ ਭਾਰੀ ਪਵਾਤੀ, ਕੰਨ ਡਿੰਗੇ ਹੋ ਗਏ ਉਹਨਾਂ ਦੇ। ਓਏ ਇਸ ਉਮਰ ਚ ਆ ਕੇ ਅਕਸਰ ਬੰਦਿਆਂ ਦੇ ਕੰਨ ਡਿੰਗੇ ਹੋ ਜਾਂਦੇ ਨੇ ਯਾਰ। ਸਰਦਾਰ ਸਾਹਿਬ ਡਿੰਗੇ ਵੀ ਹੁਣ ਤੇ ਪਿਓ ਦਾਦੇ ਤੇ ਜਾਂਦੇ ਨੇ, ਤੁਹਾਡੇ ਲੱਗੜ ਬੱਗੇ ਤੇ ਚਲੇ ਗਏ। ਅਮੀਰ ਘਰਾਂ 'ਚ ਐਨਕ ਢੱਕੀ ਹੁੰਦੀ ਇਹੋ ਜੀ ਟੋਪੀ 'ਚ। ਮਜ਼ੀਦ ਕੁਛ ਦੱਸੋ। ਇਹ ਟੋਪੀ ਪਾ ਕੇ ਮੈਂ ਤੁਹਾਨੂੰ ਕੀ ਲੱਗਣਾ ਕਿ ਤੁਰਕੀ 'ਚ ਮੈਂ ਖਰਾਬ ਹੋ ਕੇ ਠੀਕ ਕਰਨਾ? ਦੱਸੋ। ਸਮਾਰਟ ਮੁੰਡਿਆਂ ਨੂੰ ਡਰੈਸ ਅੱਛੇ ਲੱਗਦੇ ਨੇ। ਐਡਾ ਤੁਹਾਡਾ ਢਿੱਡ, ਉਤੋਂ ਡਰੈਸ ਵੇਖੋ ਕਿਹੜਾ ਪਾ ਲਿਆ ਇਹਨਾਂ ਨੇ। ਉਤੋਂ ਚੱਕਰ ਵੀ ਨਹੀਂ ਲੈ ਸਕਦੇ, ਮੂੰਹ ਪਰਨੇ ਜਾ ਪੈਣਗੇ। ਵੱਖਰੀ ਕੁਲਫੀਆਂ ਵਾਲੀ ਰੇੜੀ ਲੱਗ ਰਹੇ ਹੋ ਤੁਸੀਂ। ਨਹੀਂ, ਇਸ ਤੋਂ ਬਾਅਦ ਕੋਈ ਹੋਰ ਕੁਛ? ਇਹੋ ਜਿਹਾ ਪ੍ਰਾਹੁਣਾ ਜਾਂਦੀ ਵਾਰੀ ਟੋਪੀ 'ਚ ਕਬੂਤਰ ਵੀ ਲੁਕਾ ਕੇ ਲੈ ਜਾਂਦਾ। ਉਹ ਤਾਂ ਕਬੂਤਰ ਦੀ ਗੱਲ ਕਰਨਾ, ਇਹੋ ਜਿਹਾ ਬੰਦਾ ਅਗਲਿਆਂ ਦੀ ਮਾਈ ਲੁਕਾ ਕੇ ਲੈ ਜਾਂਦਾ। ਕੱਢਾਂ ਹੁਣ ਤੇਰੀ ਦਾਦੀ ਇਹਦੇ ਵਿੱਚ। ਇਹੋ ਜਿਹਾ ਬੰਦਾ ਮੰਤਰ ਪੜ ਕੇ ਨਾਸਾਂ 'ਚੋਂ ਬਾਂਦਰ ਕੱਢ ਕੇ ਬਹਾਨ ਡਿਆ ਹੁੰਦਾ। ਉਹ ਵੀ ਸੱਲਾਲਾ ਬਾਂਦਰ ਟਕ 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 ਟਕ। ਮੋਹਤਰਮਾ ਕੋ ਕਰਨ ਵਾਲੀਆਂ ਗੱਲਾਂ ਕਰੋ। ਇਹ ਤੁਹਾਨੂੰ ਸਾਰਿਆਂ ਨੂੰ ਪਹਿਲੇ ਚੈੱਕ ਕੀ ਮਿਲ ਗਿਆ? ਸਾਰੇ ਪਾਗਲ ਹੋ ਗਏ। अच्छा जी, बढ़ते हैं आज की हिकायत की शाह जी अपने ईमान नाल दसो, ਇਹ ਲੋਕ ਇਸ ਕਾਬਿਲ ਹੈ ਨੇ ਕਿ ਇਹਨਾਂ ਨੂੰ ਕੋਈ ਹਿਕਾਇਤ ਸੁਣਾਈ ਜਾਏ? ਟਕ 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 ਟਕ। ਆ ਵੇਖੋ ਨਾ ਜੀ, ਇਹਨਾਂ ਦੀ ਟਕ 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 ਕਿੰਨੀ ਬਰਕਤ ਹੈ। ਤੇ ਉਧਰ ਵੇਖੋ, ਫਟਾਫਟ 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 ਫਟਾਫਟ। ਉਹ ਲੱਗਦਾ ਕਿੰਗ ਕੌਂਗ ਆਪਣੇ ਕੱਪੜੇ ਧੋ ਰਿਹਾ। ਫਟਾਫਟ ਫਟਾਫਟ ਫਟਾਫਟ। ਸਰਦਾਰ ਸਾਹਿਬ, ਮੈਂ ਤੁਹਾਡੀ ਉਮਰ ਦਾ ਲਿਹਾਜ਼ ਕਰ ਰਹੀ ਹਾਂ, ਨਹੀਂ ਤੇ ਉੱਥੇ ਆ ਕੇ ਐਸਾ ਲੱਕ 'ਚ ਮੁੱਕਾ ਮਾਰਾਂਗੇ ਨਾ, ਅੰਦਰਾਂ ਬਾਹਰ ਆ ਜਾਣਗੀਆਂ। ਤੇਰਾ ਭਲਾ ਹੋਵੇ। ਉਹ ਗੱਲ ਕਰ, ਤੁਰਕੀ ਦੇ ਆ ਗੁਜ਼ਰਿਆ। ਸ਼ੁਕਰ ਕਰੋ ਅਸੀਂ ਇਹ ਚਿੱਟੇ ਲਿਬਾਸ ਦੇ ਉੱਪਰ ਇਹ ਰੈੱਡ ਟੋਪੀ ਦਾ ਬੈਲਟ ਪਾਈਏ, नहीं तो बंदे तो आ गए सन 4 रुपये लैके। यार अल्लाह माफ़ फरमाए, अल्लाह आप सबको सलामत रखे। और आज की जो हिकायत है
उसकी तरफ बढ़ते हैं। मौलाना रूम की जो हिकायतें हैं, आज उनमें से एक हिकायत का हमने इंतखाब किया है। मौलाना रूम ने जी सारी जिंदगी ऐस बंदे नूं अपने रूम च नहीं वड़न दित्ता। अच्छा जी, जो मौलाना रूम ने हिकायत में जो वाक़या बयान फरमाया है वो तकरीबन 1000 साल पहले जो सुल्तान महमूद गजनवी और अयाज, शेख अयाज जो सुल्तान का ग़ुलाम था, वो आप सब जानते हैं कि सुल्तान का और अयाज का जो ताल्लुक़ है, दोनों तारीख़ी किरदार हैं। और शेख अयाज किस तरह सुल्तान महमूद गजनवी के दरबार में तरक्की करता करता एक अदना ग़ुलाम से सैफुर रहमान बन गया, बादशाह के बहुत ही करीब हो गया था। तकरीबन 1000 साल पुराना ये वाक़या है जिसको मौलाना रूम ने हिकायत की सूरत में बयान किया है। ए अयाज कद्र खुद बेशनाज, वाह, ए अयाज कद्र खुद बेशनाज, कि ए अयाज अपनी कद्र पहचान। एहतजाज लई निकल ने ते महंगाई तेरी कमर तोड़ दी। सरदार साहब के बंदे हालात चंगे च भी एहतजाज करन दे हुंदे ने। अच्छा, वो क्यों? कि धोबी मेरे कपड़े नहीं देंदा। तुर्की च तेरे वर्गे बंदे सिर्फ हमाम च तेल फड़ांदे ने। शाह जी कोई है इस बंदे दा अदब नाल तलक? गल मौलाना रूम दी होंदी, तू सरों दे तेल दी गल करन दे। अच्छा जी, और उनकी हिकायत है ए अयाज कद्र खुद बेशनास, यानी कि ए अयाज अपनी कद्र पहचान। वाह। ओवरऑल जो लुब्बे लुबाब है इस शिकायत का और जो इससे माने निकलते हैं, जो नतीजा निकलता है, वो बहुत ही इंटरेस्टिंग है, मगर वो मैं आखिर में आपके साथ शेयर करूंगा। जो हिकायत में जो वाक़या बयान हुआ है वो बहुत ही शानदार है। और हुआ ये कि जब शेख अयाज जो है वो तरक्की करता करता यानी कि बहुत ही कुर्ब आ गया बादशाह का, बादशाह वक्त का, सुल्तान महमूद गजनवी का। और आपको पता है लाहौर के हवाले से एक बड़ी अहम बात है, शेख अयाज कहाँ मदफून है पता है आपको? नहीं। शेख अयाज लाहौर में दफन है। जी 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 जी, ये सुल्तान महमूद गजनवी वाला जो शेख अयाज हैं ये लाहौर में दफन है। रंग महल के साथ जो शालमी का जो एरिया है वहाँ पे एक जगह ये मदफून है। इनका मकबरा था और फिर इनका मकबरा जो है वो सिखों के दौर में गिरा दिया गया, फिर पार्टीशन के बाद 47 के बाद दोबारा उसे तामीर किया गया। सो अगर आप लोग चाहें, नाजरीन चाहें, तो वो शेख अयाज का जो कि एक तारीखी किरदार है, 1000 साल हो गए, लेकिन आज भी शेख अयाज और सुल्तान महमूद गजनवी के दरमियान जो कुर्बत थी, जो शेख अयाज की वफा थी सुल्तान के लिए, और सुल्तान की जो इनायात थी शेख अयाज पर, आज भी उस पर लिखा जाता है। इकबाल का शेर तो आपने सुनी रखा है। वो भी इनके दरमियान जो एक कुर्ब था, जो एक बाहमी एहतराम था, वो फासले जो अमूमन बादशाहों और गुलामों के दरमियान हुआ करते हैं, उसको कब मिटाया जाता है? उसको तब मिटाया जाता है जब बाहमी एहतराम हो, या ये कि बहुत ज़्यादा कुर्ब हो जाए, बहुत ज़्यादा मोहब्बत हो जाए। एक ही सफ़ में खड़े हो गए महमूद और अयाज, एक ही सफ में खड़े हो गए महमूद और अयाज, न कोई बंदा रहा और न कोई बंदा नवाज। हाँ, ये बात ठीक है कि ये इस्लाम के तुफैल है कि जब सफ़ें तरतीब पाती हैं तो फिर न कोई बंदा रहता है न कोई बंदा नवाज रहता है। लेकिन और भी तो बादशाह गुजरे हैं, किस किस ने अपने गुलामों को इजाज़त दी है कि सफ़ में आकर बराबर खड़े हो जाएं? अरे आप तो छोड़ दें बादशाहों को। इस जमहूरी दौर में आपने देखा होगा कि बुजुर्ग बड़ी बड़ी दाढ़ियों वाले, उनको पीछे कर दिया जाता है। आपका गवर्नर, आपके मिनिस्टर ईद के मौकों पे उनको पहली सफ में जगह दी जाती है, चाहे वो लेट ही क्यों ना आए। सो ये बड़ी बात है, इसीलिए उसे डॉक्यूमेंट किया गया, इसीलिए उसे अप्रिशिएट भी किया गया कि एक ही सफ में खड़े हो गए महमूद और अयाज, न कोई बंदा रहा और न कोई बंदा नवाज। ये इस्लाम ही का खासा है कि जब कोई बारी ताला के घर में जाता है तो फिर वहाँ कोई तखसीस नहीं होती, चाहे बादशाह हो चाहे गुलाम हो, खालिक कायनात सबको एक नज़र से देखता है। और तुम में से बेहतरीन वो है जिसके अखलाक बेहतर हैं, चाहे वो महमूद हो चाहे अयाज हो, चाहे बादशाह हो चाहे गुलाम हो, दुनिया में चाहे जैसे पहचाना जाए वो, मगर बारी ताला के यहाँ खालिक की नज़रों में वही अफजल है जिसके आमाल बेहतर हैं। ਉਹ ਵੇਖੋ ਤੁਸੀਂ ਅਮਾਲ ਦਾ ਕਿਹਾ ਤੇ ਉਹਦਾ ਰੰਗ ਪੀਲਾ ਪੈ ਗਿਆ। तुर्की का कसीनो चलाने वाले यार मुझे क्या शेर याद आ गया इस पे, सुभान अल्लाह। अदल करें ते थर थर कंबन उच्चियां शाना वाले, अदल करें ते थर थर कंबन उच्चियां शाना वाले, फजल करें ते बख्शे जावन मैं जे मुंह काले। फजल करें ते बख्शे जावन मैं जे मुंह काले। ਉਹ ਕਾਲਿਆ ਹੁਣ ਤੇ ਦੁਆ ਕਰਕੇ ਬਖਸ਼ਿਸ਼ ਕਰਾ ਲੈ। दौरिया जी मैं मुंहों काला मैं तू दिलों काला है। सल्तनत उस्मानिया का खात्मा करने वाले
اچھا جی، تو جب سلطان محمود غزنوی کے دربار میں شیخ ایاز جو ہے وہ ترقی کی منزلیں طے کرتا چلا گیا اور انتہائی قربت یعنی کہ بے پناہ محبت ہو گئی سلطان کو ایاز سے. ہاں جی، سلطان صاحب پہلے نوالا ایاز دے منہ چ پاندے سی، پھر اپنے منہ چ پاندے سی. اصل چ سلطان پہلے انہوں دے منہ چ نوالا اس لیے پاندا سی بھی کھانے چ کوئی چیز ہوئی پہلے اے پھڑکے گا تو میں اٹھ جاؤں. نہیں دیکھیں، یہ بڑا خوبصورت رشتہ تھا، اسی لیے محمود کے اور ایاز کے رشتے کو تصوف میں بہت اہمیت دی جاتی ہے اور بڑے احترام سے دیکھا جاتا ہے اس رشتے کو، اس قربت کو. یہ الگ بات ہے کہ دنیا بہت ساری باتیں بھی بناتی ہے. بہرحال جو درباری تھے، دیگر جو وزراء تھے، جو دیگر امراء تھے، وہ بہت جلنے لگے اور ہر وقت کوئی موقع ایسا نہیں جانے دیتے تھے جب وہ سلطان کے کان نہ بھرتے ہوں ایاز کے خلاف. اس حکایت کے بھی 3 بڑے بنیادی کردار ہیں. ایک سلطان محمود غزنوی، ایک شیخ ایاز اس کا غلام جو سلطان کے بہت قریب ہو گیا تھا، اور وہ تمام امراء اور وزراء جو شیخ ایاز سے جلتے تھے. تو کہانی کچھ یوں ہے کہ انہوں نے نوٹس کیا کہ شیخ ایاز جو ہے وہ روزانہ دربار چ مٹن لے کے جانا ہے. نہیں، سلطان نال جم جاندے. نہیں مطلب وہ انہوں نے نوٹس کیا کہ یہ روزانہ ایک خاص وقت میں اپنے کمرے میں دربار سے جب رخصت ہوتا ہے تو اپنے کمرے میں چلا جاتا ہے فوراً، اور پھر کچھ وقت گزارنے کے بعد وہاں سے نکلتا ہے، اور اس نے اس کمرے میں شیخ ایاز نے تالے لگا رکھے ہیں اور شیخ ایاز کے علاوہ کوئی نہیں جانتا تھا کہ اس کمرے میں کیا ہے اور ایسا کیا ہے کہ اس نے وہاں تالے لگا رکھے ہیں، اور پھر ایسا کیا ہے کہ روزانہ وہ اس کمرے میں جاتا ہے، وہ اس کی خوابگاہ بھی نہیں ہے، پھر اس کمرے میں ایسا کیا ہے. تو اب جہاں حاسد ہوں اور جہاں ہر وقت نظر رکھنے والے ہوں اور بری نظر رکھنے والے ہوں، وہاں بہت ساری چمگوئیاں شروع ہو گئیں، اور کرتے کرتے یہ بات جو ہے یہ سلطان تک بھی پہنچی، اور سلطان کو یہ کہہ کر شیخ ایاز کے خلاف بھڑکایا گیا کہ اصل میں شیخ ایاز نے بہت سارے ہیرے اور جواہرات اور مال اور دولت جو ہے وہ چوری کر کے خزانے میں سے وہ اس کمرے میں چھپا رکھا ہے اور ٹیکس نہیں دینا. جب سلطان کو یہ علم ہوا اور لوگوں نے سلطان کے کان بھر دیے ایاز کے خلاف، اس کے بعد حکایت کیا کہتی ہے، شیخ ایاز کے ساتھ کیا ہوا، انجام کیا ہوا. چھوٹے وقت کے بعد واپس آتے ہیں. آپ دیکھ رہے ہیں سیاسی تھیٹر، سیگمنٹ چل رہا ہے داستان گو. ویلکم بیک ناظرین، پروگرام میں دوبارہ حاضر خدمت ہے. شاہ جی، ہمارا سیگمنٹ چل رہا تھا داستان گو، اور آج ہم مولانا روم کی حکایت ڈسکس کر رہے ہیں. جی، اے ایاز قدر خود بشناز، یعنی کہ اے ایاز اپنی قدر پہچان. ہم یہ ڈسکس کر چکے تھے کہ غلام تھا، ترقی کرتے کرتے بادشاہ کے انتہائی یعنی کہ سب سے زیادہ قریب آدمی جو تھا اس زمانے میں سلطان محمود غزنوی کے، اس کا نام تھا شیخ ایاز، اور امراء جو تھے، وزراء جو تھے، وہ جلتے تھے. اس دوران انہوں نے دیکھا کہ ایک پراسرار سا معاملہ ہوا ہے، اور یہ روزانہ دربار سے نکل کر ایک کمرے میں جاتا ہے، اس کمرے میں تالے لگے ہوئے ہیں، اس کمرے میں کیا ہے کوئی نہیں جانتا. درباریوں کو، امراء کو اور وزراء کو یہ یقین ہو گیا کہ یہ بادشاہ کے خزانے میں چوری کرتا ہے، اور چوری والا مال جو ہے وہ ایاز نے اس کمرے میں چھپا رکھا ہے. یعنی شیخ ایاز نے ایمنسٹی اسکیم تو کوئی فائدہ نہیں چکی. وزیراں نے تے کئی باری چوری دی ویڈیو بنانے دی بھی کوشش کی ایاز پھڑیا نہیں گیا. 1000 سال پرانا واقعہ ہے جس کو حکایت میں بیان کیا مولانا روم نے. تقریباً 1000 سال پرانا واقعہ ہے. کیمرے نہیں ہوتے تھے اس زمانے میں. ایک باری ویڈیو بنی جی جدوں ایاز شیخ صاحب کمرے چ آئے نے نا، وہ لیکن وہ پرابلم ہویا کہ ویڈیو الگ سی، ساؤنڈ الگ سی. اچھا جی، تو اب دیکھیں، اب جو میں نے آپ کو یاد ہے پچھلی مرتبہ بھی کہا تھا کہ ایک حکایت کے کئی معنی ہوتے ہیں. اب یہ جو بنیادی طور پہ جو حکایت ہے، گو کہ اب تو یہ محاورہ بھی بن چکا ہے ایک طرح سے کہ اے ایاز قدر خود بشناز، کہ بھائی اپنی حقیقت پہچانو، اے ایاز اپنی حقیقت پہچانو. یعنی کہ انسان کو اپنی، مجھے لفظ کو بہت زیادہ پسند نہیں ہے مگر یہاں استعمال کرنا پڑے گا، کہ جو بھی انسان کی اوقات ہوتی ہے، جو بھی اس کی حیثیت ہوتی ہے، اس کو بھولنا نہیں چاہیے. یہ اوورال اس کا وہ ہے. مگر جب حکایت کے اندر آپ اترتے ہیں تو آپ کو پتہ لگتا ہے کہ محمود غزنوی کتنا اعتبار کرتا تھا، بے پناہ محبت کرتا تھا شیخ ایاز سے، مگر اندھا اعتبار نہیں کرتا تھا. جب لوگوں نے بظاہر اس کے کان بھرے تو کان بھرنے کے بعد یہ نہیں ہوا کہ نہ اس نے یہ کیا وزراء کی بات سن کر کہ بغیر سنے ایاز کو سزا دے دی، نہ ہی اس نے رد کیا کہ ایاز ایسا نہیں ہو سکتا، بلکہ
उसने ये फैसला किया और हुक्म सादिर किया कि ऐसा इकदाम किया जाए कि दूध का दूध और पानी का पानी हो। मुझे ट्रस्ट है अयाज पे, लेकिन दूध का दूध और पानी का पानी होना चाहिए। अगर इल्जाम लगा है, चाहे उस पे कितना ही एतबार क्यों ना हो, तो फिर उसे वजाहत भी देनी चाहिए, उसे उस इल्जाम की सफाई भी देनी चाहिए। सो प्यार है, एतबार भी है, मगर अंधा एतबार नहीं है। शाह जी ਤੁਸੀਂ ਇਹ ਹਕਾਇਤ ਇਮਰਾਨ ਖਾਨ ਸਾਹਿਬ ਨੂੰ ਕਿਉਂ ਨਹੀਂ ਸੁਣਾਉਂਦੇ ਕਿ ਜਿਹੜੀ ਗੱਲ ਕਰਨੇ ਚ ਪਵੇ ਉਹਦੇ ਤੇ ਤਹਿਕੀਕ ਕਰਨ, ਹੁਕਮ ਸਾਦਰ ਨਾ ਕਰ ਦੇਣ। ਬਹੁਤ ਅੱਛੇ। ਰਾਣਾ ਸਨਾਵਲਾ ਤੇ 15 ਕਿਲੋ ਪਈ ਹੈ, ਇਹਨਾਂ ਤੇ ਵਿਦ ਹਕਾਇਤ 20 ਕਿਲੋ ਪੈ ਜਾਣੀ। अच्छा जी, तो बादशाह ने कहा कि भाई अगर ये इल्जाम है, गो कि इल्जाम है, मुझे इस पे यकीन नहीं है, मगर दानिश का, हिकमत का और इंसाफ का और बादशाहत का, जहां बानी का तकाजा ये है कि मामला क्लियर होना चाहिए। सो उन्होंने कहा कि ठीक है, जाओ और जाके तोड़ो और देखो कि उस कमरे में, उस कोठड़ी में क्या है। तो हासिदीन जो है वो चले गए, ਨਾਲ FBI ਨੂੰ ਲੈ ਗਏ। और शब्बरजादी सब तो अगे गए सन, भाई तोड़ो अब मुल्क का कर्जा उतर गया। अच्छा जी, हासिदीन ने, उमरा ने, वज़रा ने, एक आलम खिलाफ था। एक आलम जो बादशाह के नज़दीक होता है, उसके फिर मुखालिफिन तो लाज़िम बात है, हासिदीन की तादाद भी बहुत ही यानी कि हज़ारों लाखों में हुआ करती, बल्कि करोड़ों में हुआ करती है। सो हासिदीन ने, उमरा, वज़रा ने जाकर ताले तोड़ दिए। ਤੇ ਅੱਗੇ ਬਿੱਲੀ ਨੇ ਬੱਚੇ ਦਿੱਤੇ ਸਨ। और शब्बरजादी बिल्ली ਨੂੰ ਵੇਖ ਕੇ कहते म्याऊ। नहीं, खैर ऐसा तो नहीं था, मगर कमरे में कोई खजाना, कोई हीरे जवाहरात, कोई माल और जर, कोई अशरफियां नहीं थी। तो फिर क्या था शाह जी? जी, इसी तलाश में उन्होंने, मतलब हासिद इतना हसद था, इतना बुग़्ज़ था, इतनी नफरत थी अयाज के खिलाफ कि उन्होंने जमीन खोद डाली। ਫਰਸ਼ ਪੁੱਟਦੇ ਹੋਣੇ। फर्श, जी हाँ, फर्श पोड़ देते, दीवारें जो हैं वो तोड़ दी, कहीं से कुछ नहीं मिला। अगर मिला तो एक पुराना बोसीदा कुर्ता और एक बोसीदा जूतों की जोड़ी। ਵੇਖੋ ਨਾ ਸ਼ੇਖ ਸਨ ਨਾ, ਵੀ ਪੁਰਾਣੀ ਜੁੱਤੀ ਤੇ ਪੁਰਾਣਾ ਕੁੜਤਾ ਕਿਸੇ ਫਕੀਰ ਨੂੰ ਦੇ ਦਿਓ, ਉਹਨੂੰ ਵੀ ਤਾਲਾ ਲਾ ਕੇ ਰੱਖਿਆ। बहरहाल यही सवाल सुल्तान ने भी किया। उसने कहा कि ठीक है, ये सब तो नहीं मिला, मगर सुल्तान बड़ा यानी कि बड़ा मजहबी आदमी था। तो उसने कहा कि ये क्या, तो ये तो कोई बुत परस्ती है जो तुम कर रहे हो अयाज? सुल्तान ने उससे पूछा। ਉਹਨੇ ਕਿਹਾ ਮੈਂ ਹਾਸਦਾਂ ਦੇ ਮੂੰਹ ਤੇ ਮਾਰ ਲਈ ਰੱਖੀ। तो सुल्तान ने कहा तो बहुत ही अदना किस्म की बुत परस्ती है। कुछ जूते और पुराने जो कपड़े हैं उनको भी छाती से लगा के, सीने से लगा के रखता है। तो अयाज की आंखों से आंसू जारी हो गए और उसने कहा कि मुझ पे जो लुत्फ़ करम, जो इनायतें हैं, वो आपकी हैं, वरना मेरी तो यही औकात है कि मैं एक ग़ुलाम था। आज सल्तनत में मेरी अहमियत है, मगर मेरी असल हैसियत तो यही थी कि मेरे पास एक जूतों की फटी हुई जोड़ी थी और एक कुर्ता था। सो मैं रोज़ाना जब दरबार से निकल कर जाता हूँ तो सबसे पहले मैं उस कमरे में जाता हूँ और इस पुराने बोसीदा कुर्ते के सामने खड़े होकर कई बार दोहराता हूँ, ऐ अयाज कद्र खुद बेशनास, ऐ अयाज कद्र खुद बेशनास, ऐ अयाज कद्र खुद बेशनास, ऐ अयाज अपनी कद्र पहचान, ऐ अयाज अपनी कद्र पहचान, ऐ अयाज अपनी असलियत, अपनी हकीकत, अपनी औकात पहचान, उसको भूल मत कि तू क्या था। उसके बाद हिकायत बताती है कि सुल्तान ने खुद फैसला नहीं किया, उसने कहा कि अब अयाज ही फैसला करेगा उन हासिदीन का, उन वज़रा का, उन उमरा का जिन्होंने इसके खिलाफ कान भरे थे। सो कई सबक हैं इस शिकायत के। एक तो ये कि बगैर जाने बूझे किसी पे इल्ज़ाम नहीं लगाना चाहिए। अब शेख अयाज उस वक्त चाहता तो फाइनली उन लोगों की गर्दनें उड़वा देता। कभी इल्ज़ाम नहीं लगाना चाहिए। चीज़ों की हकीकत कुछ और होती है। बाज़ औक़ात आप अपने हसद की वजह से, अपने बुग़्ज़ की वजह से, अपने लालच की वजह से, अपने तासुबात की वजह से कुछ और देख रहे होते हैं। आपकी आंखों पे नफ़रत की पट्टी होती है या नफ़रत का चश्मा होता है जिसकी वजह से आप हक़ाइक़ नहीं देख पा रहे होते हैं। तो इल्ज़ाम लगाने से पहले मुहतात रहना चाहिए और तमाम तर हक़ाइक़ सामने हो तब किसी के बारे में कोई बात करनी चाहिए। दूसरे, कितना ही आपका कोई करीबी या प्यारा ना हो, मगर अंधा एतबार आप नहीं करेंगे। ख़ास तौर पे उमूर मुमलिकत में, यानी कि जो हुकूमत के जो मामलात हैं उसमें अगर किसी के खिलाफ, चाहे वो कितना ही अजीज़ क्यों ना हो, कोई भी इल्ज़ाम आता है, कोई भी मुकदमा आता है, तो उसकी पूरी तफ्तीश होनी चाहिए। यही गुड गवर्नेंस का सदियों से पैगाम है। और तीसरी चीज़ जो बिल्कुल ही वाज़ेह है वो ये कि इंसान को अपनी असल हैसियत जो है वो कभी नहीं भूलनी चाहिए। चाहे वो ग़ुलाम से बादशाह तक का सफ़र तय कर ले, मगर अपने दौरे ग़ुलामी को कभी भूलना नहीं चाहिए। ਅੱਛਾ, ਇਸ ਲਈ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਕਦੇ ਖੇੜੀ ਨਹੀਂ ਲਾਉਂਦੇ। ਰੁਖਸਾਨਾ ਫਿਰ ਤੈਨੂੰ ਪਤਾ ਨਹੀਂ, ਜਦੋਂ ਮੌਕਾ ਆਉਂਦਾ 1 ਮਿੰਟ ਚ ਲਾਉਂਦੇ।
शाह जी मैं भी अपनी कमीज संभाल के रखी हुई है ਜਦੋਂ ਬਿਲਕੁਲ ਸਲਿਮ ਔਰ ਸਮਾਰਟ ਹੁੰਦੀ ਸੀ बेड़ा गर्क हो जाए तेरा बेड़ा मेरे गर्क पीछे जा। बेड़ा ओ, बिना। ਤੁਹਾਨੂੰ ਹੋਰ ਕੰਮ ਹੀ ਨਹੀਂ बिना। ਦੁਨੀਆ ਦੇ दोस्तों लड़े नहीं दोस्तों ਬਿਨਾ लड़ाई नहीं ਤੁਹਾਡੀ ਸਰਦਾਰ ਸਾਹਿਬ ਇਹ ਬੰਦ ਸ਼ਕਲਾਂ ਜੀ ਤੂੰ ਮੇਰੇ ਚ ਕਾਹਨੂੰ ਕੀ ਗੱਲ दोस्तों प्यार मोहब्बत से काम करें नाज़रीन ये था आज का शो हेलो मैं क्या सी ना ताहिर शाह जी दी पुश्त पनाई हासिल है ਮੇਰੇ ਵਾਸਤੇ ਐਸਟੈਬਲਿਸ਼ਮੈਂਟ इजाजत दीजिए अल्लाह हाफिज दफा हो जा